ਪਰ ਕੇਂਦਰ ਸਰਕਾਰ ਦਾ ਰਵੱਈਆ ਜਿਹੜਾ ਉਹ ਹੁਣ ਵੀ ਨਜ਼ਰ ਆਉਂਦਾ ਹੈ ਅੜੀਅਲ। ਪਰ ਜੋ ਦ੍ਰਿੜਤਾ ਜਿਹੜੀ ਹੈ ਕਿਸਾਨੀ ਦੇ ਵਿੱਚ ਔਰ ਲੋਕਾਂ ਦੇ ਵਿੱਚ ਨਜ਼ਰ ਆਉਂਦੀ ਹੈ, ਉਹਨੂੰ ਦੇਖ ਕੇ ਲੱਗਦਾ ਹੈ ਕਿ ਲੋਕੀ ਬਿਨਾਂ ਜਿਹੜੇ ਕਾਨੂੰਨ ਵਾਪਸ ਕਰਨ ਨੂੰ ਮੁੜਨ ਵਾਲੇ ਨੇ। ਔਰ ਕੇਂਦਰ ਸਰਕਾਰ ਕਿਸਾਨਾਂ ਨੂੰ ਵੱਖ-ਵੱਖ ਮੀਟਿੰਗਾਂ ਕਰਨ ਦੇ ਬਾਵਜੂਦ ਵੀ ਜਿਹੜੀ ਹੈ ਤਸੱਲੀ ਨਹੀਂ ਕਰਾ ਸਕੀ ਉਹਨਾਂ ਦੀ ਕਿ ਇਹ ਕਾਨੂੰਨ ਤੁਹਾਡੇ ਵਾਸਤੇ ਸਹੀ ਹੈ। ਇਸ ਕਰਕੇ ਜਦੋਂ ਸਰਕਾਰ ਆਪਣੀ ਗੱਲ ਦੇ ਉੱਤੇ ਲੋਕਾਂ ਨੂੰ ਕਨਵਿੰਸ ਨਹੀਂ ਕਰਾ ਸਕਦੀ, ਫਿਰ ਲੋਕਾਂ ਦੀ ਗੱਲ ਸਰਕਾਰ ਨੂੰ ਮੰਨਣੀ ਚਾਹੀਦੀ ਹੈ। ਸਰਕਾਰਾਂ ਵੀ ਕਦੀ ਇਸ ਤਰੀਕੇ ਕੰਮ ਕਰਦੀਆਂ ਜਿਸ ਤਰੀਕੇ ਕੇਂਦਰ ਸਰਕਾਰ ਕੰਮ ਕਰਦੀ ਪਈ ਹੈ। ਜਿਸ ਤਰ੍ਹਾਂ ਤੁਸੀਂ ਸੈਂਟਰ ਸਰਕਾਰ ਦੀ ਗੱਲ ਕੀਤੀ ਹੈ ਕਿ ਅਕਾਲੀ ਦਲ ਵੀ ਲੋਕਾਂ ਨੂੰ ਕਨਵਿੰਸ ਨਹੀਂ ਕਰਾ ਸਕੀ, ਨਾ ਸਰਕਾਰ ਨੂੰ ਕਨਵਿੰਸ ਕਰਾ ਸਕੀ। ਤੇ ਜੋ ਸਾਡਾ ਰੋਲ ਉਸ ਵੇਲੇ ਬਣਦਾ ਸੀ ਅੰਦਰ ਕੈਬਨਿਟ ਵਿੱਚ ਬੈਠ ਕੇ, ਉਹ ਅਸੀਂ ਬਖੂਬੀ ਨਿਭਾਇਆ ਸੀ। ਮੇਰਾ ਸਵਾਲ ਫਿਰ ਉੱਥੇ ਖੜਾ ਵੀ ਜਿਸ ਵੇਲੇ ਇਹ ਗੱਲ ਹੋਈ ਸੀਗੀ ਉਸ ਤੋਂ ਬਾਅਦ ਵੀ ਬੀਬਾ ਹਰਸਿਮਰਤ ਬਾਦਲ ਨੇ ਉੱਥੇ ਦੇ ਕੈਬਨਿਟ ਮਿਨਿਸਟਰਾਂ ਨੂੰ, ਖੇਤੀ ਮੰਤਰੀ ਨੂੰ ਵੀ ਲਿਆ ਕੇ ਕਿਸਾਨਾਂ ਨੂੰ ਕਨਵਿੰਸ ਕਰਾਉਣ ਦੀ ਕੋਸ਼ਿਸ਼ ਕੀਤੀ। ਕਿਸਾਨ, ਉਹ ਤੁਸੀਂ ਵੀ ਮੰਨਦੇ ਹੋ, ਕਿਸਾਨ ਕਨਵਿੰਸ ਨਹੀਂ ਹੋ ਸਕੇ, ਨਾ ਹੀ ਤੁਹਾਡੇ ਗੱਲਾਂ ਤੋਂ, ਨਾ ਹੀ ਸਰਕਾਰ ਤੋਂ। ਮੈਂ ਤੁਹਾਡਾ ਧੰਨਵਾਦ ਹੀ ਕਰ ਸਕਦਾ ਕਿ ਤੁਸੀਂ ਅਕਾਲੀ ਦਲ ਨੂੰ ਉਹਦੀ ਭੂਮਿਕਾ ਸਾਡੀ ਦੱਸੀ ਹੈ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਲਿਬਰਲ ਟੀਵੀ ਪੰਜਾਬੀ, ਲੋਕਾਂ ਦੀ ਆਵਾਜ਼ ਲੋਕਾਂ ਲਈ। ਮੈਂ ਹਾਂ ਹਰਦੀਪ ਸਿੰਘ ਗਹੂਣ। ਕਿਸਾਨਾਂ ਵੱਲੋਂ ਸੈਂਟਰ ਸਰਕਾਰ ਦੇ ਖਿਲਾਫ ਕਾਲੇ ਕਾਨੂੰਨਾਂ ਦੇ ਤਹਿਤ ਲੜਿਆ ਜਾ ਰਿਹਾ ਸੰਘਰਸ਼ ਆਪਣੀ ਚਰਨ ਸੀਮਾ ਤੇ ਪਹੁੰਚਿਆ ਹੋਇਆ ਹੈ, ਪਰ ਫਿਰ ਵੀ ਜਿਹੜੀ ਸੈਂਟਰ ਸਰਕਾਰ ਹੈ ਉਹ ਟਸ ਤੋਂ ਮਸ ਨਹੀਂ ਹੋ ਰਹੀ। ਇੱਥੇ ਤੱਕ ਕਿ ਬਹੁਤ ਸਾਰੀਆਂ ਘਟਨਾਵਾਂ ਹੋਣ ਦੇ ਬਾਵਜੂਦ ਵੀ ਸਰਕਾਰ ਦੇ ਕੰਨਾਂ ਤੇ ਜੂੰ ਨਹੀਂ ਸਿਰਕ ਰਹੀ। ਪੰਜਾਬ ਦਾ ਹਰ ਵਸਿੰਦਾ ਸਿਰਫ ਬੀਜੇਪੀ ਪਾਰਟੀ ਨੂੰ ਛੱਡ ਕੇ ਪੋਲੀਟੀਕਲ ਪਾਰਟੀਆਂ ਵੀ ਕਿਸਾਨਾਂ ਦੀ ਹਮਾਇਤ ਵਿੱਚ ਆ ਗਈਆਂ ਨੇ। ਇੱਥੇ ਤੱਕ ਕਿ ਬੀਜੇਪੀ ਦੀ ਬੜੇ ਲੰਮੇ ਸਮੇਂ ਤੋਂ ਭਾਈਵਾਲ ਰਹੀ ਅਕਾਲੀ ਦਲ ਪਾਰਟੀ ਨੇ ਵੀ ਕੈਬਨਿਟ ਤੋਂ ਅਸਤੀਫਾ ਦੇ ਕੇ ਕਿਸਾਨਾਂ ਦੇ ਹੱਕ ਦੇ ਵਿੱਚ ਹਾਂ ਦਾ ਨਾਅਰਾ ਮਾਰਿਆ ਤੇ ਮੋਢੇ ਨਾਲ ਮੋਢਾ ਲਾ ਕੇ ਚੱਲਦੀ ਪਈ ਹੈ। ਤੇ ਹੁਣ ਇਸ ਵੇਲੇ ਕੀ ਸਥਿਤੀ ਹੈ ਸੰਘਰਸ਼ ਦੀ? ਚੋਣਾਂ ਦੇ ਵਿੱਚ ਬੀਜੇਪੀ ਬੈਕਫੁੱਟ ਤੇ ਗਈ। ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਤੇ ਕੀ ਫਰਕ ਪਏਗਾ? ਸਾਡੇ ਨਾਲ ਮੌਜੂਦ ਨੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਡਾਕਟਰ ਦਲਜੀਤ ਸਿੰਘ ਜੀ ਚੀਮਾ। ਇਹਨਾਂ ਨਾਲ ਕਰਾਂਗੇ ਵਿਚਾਰ। ਚੀਮਾ ਸਾਹਿਬ, ਪਹਿਲਾਂ ਤਾਂ ਸਵਾਗਤ ਹੈ ਜੀ ਆਪ ਜੀ। ਬਹੁਤ ਮਿਹਰਬਾਨੀ। ਚੀਮਾ ਸਾਹਿਬ, ਜਿਸ ਤਰ੍ਹਾਂ ਆਪਾਂ ਗੱਲ ਕੀਤੀ ਹੋਈ ਹੈ, ਜਿਹੜਾ ਕਿਸਾਨੀ ਸੰਘਰਸ਼ ਜਿਹੜਾ ਲੜਿਆ ਜਾ ਰਿਹਾ ਹੈ ਦੇਸ਼ ਦੇ ਵਿੱਚ, ਪੰਜਾਬ ਉਹਦੇ ਵਿੱਚ ਮੋਹਰੀ ਭੂਮਿਕਾ ਨਿਭਾ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਵੱਲੋਂ ਵੀ ਯੋਗਦਾਨ ਹੈ। ਜੇ ਅਸੀਂ ਗੱਲ ਕਰੀਏ ਇਸ ਵੇਲੇ ਸੰਘਰਸ਼ ਦੀ ਕੀ ਸਥਿਤੀ ਹੈਗੀ? ਦੇਖੋ, ਗੱਲ ਇਹ ਹੈ ਕਿ ਲੋਕਾਂ ਦੇ ਵਿੱਚ, ਕਿਸਾਨਾਂ ਦੇ ਵਿੱਚ ਤੇ ਆਪਣੇ ਮੁੱਦਿਆਂ ਨੂੰ ਲੈ ਕੇ ਬਹੁਤ ਵੱਡੀ ਦ੍ਰਿੜਤਾ ਅੱਜ ਵੀ ਨਜ਼ਰ ਆਉਂਦੀ ਹੈ। ਲੋਕੀ ਇਸ ਗੱਲ ਦੇ ਉੱਤੇ ਖੜੇ ਆ ਕਿ ਜਿੰਨੀ ਦੇਰ ਤੱਕ ਤਿੰਨੇ ਕਾਲੇ ਕਾਨੂੰਨ ਵਾਪਸ ਨਹੀਂ ਹੁੰਦੇ, ਉਨੀ ਦੇਰ ਤੱਕ ਅਸੀਂ ਘਰਾਂ ਨੂੰ ਨਹੀਂ ਜਾਵਾਂਗੇ। ਪਰ ਕੇਂਦਰ ਸਰਕਾਰ ਦਾ ਰਵੱਈਆ ਜਿਹੜਾ ਉਹ ਹੁਣ ਵੀ ਨਜ਼ਰ ਆਉਂਦਾ ਹੈ ਕਿ ਅੜੀਅਲ। ਇੰਨਾ ਲੰਮਾ ਸਮਾਂ ਨਿਕਲ ਜਾਣ ਤੋਂ ਬਾਅਦ ਵੀ ਉਹਨਾਂ ਦੀ ਕੋਸ਼ਿਸ਼ ਇਹੀ ਹੈ ਕਿ ਕਿਸੇ ਤਰੀਕੇ ਅੰਦੋਲਨ ਨੂੰ ਬਦਨਾਮ ਕੀਤਾ ਜਾਵੇ, ਕੋਈ ਹੋਰ ਹੱਥਕੰਡੇ ਵਰਤ ਕੇ ਅੰਦੋਲਨਕਾਰੀਆਂ ਨੂੰ ਡਰਾਇਆ ਜਾਵੇ, ਉਹਨਾਂ ਤੇ ਪਰਚੇ ਦਰਜ ਕਰਕੇ ਇਹਨਾਂ ਨੂੰ ਕਮਜ਼ੋਰ ਕੀਤਾ ਜਾਵੇ। ਪਰ ਜੋ ਦ੍ਰਿੜਤਾ ਜਿਹੜੀ ਹੈ ਕਿਸਾਨੀ ਦੇ ਵਿੱਚ ਔਰ ਲੋਕਾਂ ਦੇ ਵਿੱਚ ਨਜ਼ਰ ਆਉਂਦੀ ਹੈ, ਉਹਨੂੰ ਦੇਖ ਕੇ ਲੱਗਦਾ ਹੈ ਕਿ ਲੋਕੀ ਬਿਨਾਂ ਜਿਹੜੇ ਕਾਨੂੰਨ ਵਾਪਸ ਕਰਨ ਨੂੰ ਮੁੜਨ ਵਾਲੇ ਨੇ। ਚੀਮਾ ਸਾਹਿਬ, ਜੇ ਅਸੀਂ ਸੈਂਟਰ ਸਰਕਾਰ ਦੀ ਗੱਲ ਕਰੀਏ, ਮੋਦੀ ਸਰਕਾਰ ਦੀ ਗੱਲ ਕਰੀਏ, ਤੁਹਾਨੂੰ ਕੀ ਕਾਰਨ ਲੱਗਦਾ ਵੀ ਉਹ ਜਿਹੜੇ ਟਸ ਤੋਂ ਮਸ ਨਹੀਂ ਹੋ ਰਹੇ? ਸੰਘਰਸ਼ ਇੰਨਾ ਲੋਕਾਂ ਦੀ ਆਵਾਜ਼ ਬਣ ਚੁੱਕਿਆ ਹੈ, ਹਰ ਬਸ਼ਿੰਦਾ, ਹਰ ਵੱਡੇ ਇੱਥੇ ਤੱਕ ਕਿ ਦੇਸ਼ਾਂ ਵਿਦੇਸ਼ਾਂ ਤੋਂ ਵੀ ਆਵਾਜ਼ਾਂ ਉੱਠਦੀਆਂ ਪਈਆਂ ਕਿ ਜਿਹੜੇ ਕਾਨੂੰਨ ਵਾਪਸ ਹੋਣੇ ਚਾਹੀਦੇ, ਪਰ ਸਰਕਾਰ ਅਜਿਹਾ ਕਿਉਂ ਨਹੀਂ ਕਰ ਰਹੀ? ਦੇਖੋ, ਤਾਨਾਸ਼ਾਹੀ ਰਵੱਈਏ ਕਿਹਾ ਜਾ ਸਕਦਾ, ਅੜੀਅਲ ਵਤੀਰਾ ਹੈਗਾ ਇਹ। ਹੱਠ ਜਿਹੜਾ ਸਰਕਾਰਾਂ ਨੂੰ ਸ਼ੋਭਾ ਨਹੀਂ ਦਿੰਦਾ। ਜਦੋਂ ਜਿਹੜਾ ਕੋਈ ਮੁੱਦਾ ਜਿਹੜਾ ਲੋਕ ਲਹਿਰ ਬਣ ਚੁੱਕਿਆ ਔਰ ਕੇਂਦਰ ਸਰਕਾਰ ਕਿਸਾਨਾਂ ਨੂੰ ਵੱਖ-ਵੱਖ ਮੀਟਿੰਗਾਂ ਕਰਨ ਦੇ ਬਾਵਜੂਦ ਵੀ ਜਿਹੜੀ ਹੈ ਤਸੱਲੀ ਨਹੀਂ ਕਰਾ ਸਕੀ ਉਹਨਾਂ ਦੀ ਕਿ ਇਹ ਕਾਨੂੰਨ ਤੁਹਾਡੇ ਵਾਸਤੇ ਸਹੀ ਹੈ, ਤੇ ਫਿਰ ਗਵਰਨਮੈਂਟ ਨੂੰ ਆਪਣਾ ਫੇਲਰ ਐਕਸੈਪਟ ਕਰ ਲੈਣਾ ਚਾਹੀਦਾ ਹੈ ਕਿ ਜਦੋਂ ਤੁਸੀਂ ਲੋਕਾਂ ਨੂੰ ਕਨਵਿੰਸ ਨਹੀਂ ਕਰ ਪਾਉਂਦੇ ਤੇ ਫਿਰ ਘੱਟੋ ਘੱਟ ਲੋਕਾਂ ਦੀ ਗੱਲ ਮੰਨ ਲਓ। ਜਾਂ ਤਾਂ ਇੰਨਾ ਸਮਾਂ ਨਿਕਲ ਗਿਆ,
ਬਹੁਤ ਸੀ ਟਾਈਮ ਇਹਨਾਂ ਕੋਲੇ ਉਹਨਾਂ ਦੀ ਲੀਡਰਸ਼ਿਪ ਨੂੰ ਕਨਵਿੰਸ ਕਰ ਦਿੰਦੇ, ਪਰ ਇਹ ਕਨਵਿੰਸ ਨਹੀਂ ਕਰ ਪਾਏ। ਇਸ ਕਰਕੇ ਜਦੋਂ ਸਰਕਾਰ ਆਪਣੀ ਗੱਲ ਦੇ ਉੱਤੇ ਲੋਕਾਂ ਨੂੰ ਕਨਵਿੰਸ ਨਹੀਂ ਕਰਾ ਸਕਦੀ, ਫਿਰ ਲੋਕਾਂ ਦੀ ਗੱਲ ਸਰਕਾਰ ਨੂੰ ਮੰਨਣੀ ਚਾਹੀਦੀ ਹੈ। ਕਿਉਂਕਿ ਇਹ ਤਾਂ ਨਹੀਂ ਨਾ ਕਿ ਅੰਦੋਲਨ ਹਮੇਸ਼ਾ ਹੀ ਚੱਲਦਾ ਰਹੇ। ਸਰਕਾਰ ਨੂੰ ਸੋਚਣਾ ਚਾਹੀਦਾ ਹੈ ਕਿ ਇੰਨੇ ਦੂਰ ਤੋਂ ਲੋਕੀ ਬੈਠੇ ਆ, ਠੰਡ ਦੇ ਵਿੱਚ ਬੈਠੇ ਰਹੇ ਆ, ਇੰਨੀ ਮੁਸ਼ਕਲ ਦੇ ਵਿੱਚ ਬੈਠੇ ਰਹੇ ਆ, ਤੇ ਇਹ ਜਿਹੜੀ ਹੈਗੀ ਹੈ ਇਹਨਾਂ ਦੀ ਗੱਲ ਪ੍ਰਵਾਨ ਕਰਨੀ ਚਾਹੀਦੀ ਹੈ ਔਰ ਅਮਨ ਅਮਾਨ ਦਾ ਮਾਹੌਲ ਜਿਹੜਾ ਉਹ ਕਾਇਮ ਕਰਨਾ ਚਾਹੀਦਾ ਹੈ। ਇਸ ਕਰਕੇ ਸਰਕਾਰਾਂ ਵੀ ਕਦੀ ਇਸ ਤਰੀਕੇ ਕੰਮ ਕਰਦੀਆਂ ਜਿਸ ਤਰੀਕੇ ਕੇਂਦਰ ਸਰਕਾਰ ਕੰਮ ਕਰਦੀ ਪਈ ਹੈ। ਚੀਮਾ ਸਾਹਿਬ, ਦੇਖੀਏ ਤਾਂ ਜਿਸ ਤਰ੍ਹਾਂ ਪਹਿਲਾਂ ਵੀ ਤੁਹਾਡੇ ਤੇ ਵੀ ਦੋਸ਼ ਲੱਗਦੇ ਰਹੇ ਆ ਕਿ ਅਕਾਲੀ ਦਲ ਉਹਨਾਂ ਦੀ ਭਾਈਵਾਲ ਰਹੀ ਆ। ਪਹਿਲਾਂ ਅਕਾਲੀ ਦਲ ਨੇ ਵੀ ਕੋਸ਼ਿਸ਼ ਕੀਤੀ ਆ ਇਸ ਬਿੱਲ ਦੇ ਸਮਰਥਨ ਦੇ ਵਿੱਚ ਇੱਕ ਲਹਿਰ ਬਣਾਉਣ ਦੀ। ਕੀ ਕਾਰਨ ਰਹੇ ਫਿਰ ਇਸ ਤਰ੍ਹਾਂ ਕਰਨਾ ਪਿਆ? ਜਿਸ ਤਰ੍ਹਾਂ ਤੁਸੀਂ ਸੈਂਟਰ ਸਰਕਾਰ ਦੀ ਗੱਲ ਕੀਤੀ ਆ, ਕੀ ਅਕਾਲੀ ਦਲ ਵੀ ਲੋਕਾਂ ਨੂੰ ਕਨਵਿੰਸ ਨਹੀਂ ਕਰਾ ਸਕੀ, ਨਾ ਸਰਕਾਰ ਨੂੰ ਕਨਵਿੰਸ ਕਰਾ ਸਕੀ ਜੀ? ਮੇਰਾ ਖਿਆਲ ਤੁਸੀਂ ਕੁਝ ਚੀਜ਼ਾਂ ਛੱਡ ਜਾਂਦੇ ਹੋ। ਜਿਹੜਾ ਇਸ਼ੂ ਹੈ ਇਹਦੇ ਨਾਲ ਰੈਗੂਲਰ ਇਨ ਟੱਚ ਹੋਣਾ ਤੁਹਾਡਾ ਵੀ ਜ਼ਰੂਰੀ ਹੈ, ਕਿਉਂਕਿ ਪਾਰਲੀਮੈਂਟ ਦੀ ਲੇਟੈਸਟ ਸਪੀਚ ਬੀਬਾ ਹਰਸਿਮਰਤ ਕੌਰ ਬਾਦਲ ਦੀ ਰਿਕਾਰਡ ਦੇ ਉੱਤੇ, ਉਹਦੀ ਜੇ ਤੁਸੀਂ ਤਹਿ ਤੱਕ ਜਾਓਗੇ ਤੇ ਸਾਰੇ ਮੰਤਰੀ ਮੰਡਲ ਨੂੰ, ਪ੍ਰਾਈਮ ਮਿਨਿਸਟਰ ਨੂੰ ਸੰਬੋਧਨ ਕਰਕੇ ਉਹਨਾਂ ਨੇ ਕਿਹਾ ਸੀ ਕਿ ਜਿਸ ਦਿਨ ਇਹ ਜਿਹੜਾ ਬਿੱਲ ਹੈ ਕੈਬਨਿਟ ਦੇ ਵਿੱਚ ਆਇਆ, ਤੁਸੀਂ ਦੱਸੋ ਕਿ ਮੈਂ ਉੱਥੇ ਉੱਠ ਕੇ ਵਿਰੋਧ ਕੀਤਾ ਕਿ ਨਹੀਂ ਕੀਤਾ। ਮੈਨੂੰ ਨਹੀਂ ਸਮਝ ਲੱਗਦੀ ਕਿ ਮੀਡੀਆ ਇਹ ਗੱਲ ਲੁਕਾਉਂਦਾ ਕਿਉਂ ਹੈ ਵਾਰ-ਵਾਰ। ਜਿਹੜੀ ਗੱਲ ਕਿ ਲੋਕਾਂ ਤੱਕ ਪਹੁੰਚਾਉਣ ਵਾਲੀ ਹੁੰਦੀ ਹੈ, ਉਸ ਗੱਲ ਨੂੰ ਮੀਡੀਆ ਜਿਹੜੇ ਦੂਜੇ ਤਰੀਕੇ ਕਿਉਂ ਪੇਸ਼ ਕਰਦਾ ਹੈ ਕਿ ਅਕਾਲੀ ਦਲ ਬਾਅਦ ਦੇ ਵਿੱਚ ਕਨਵਿੰਸ ਹੋਇਆ। ਇਹ ਜਿਹੜੀ ਗੱਲ ਹੈ, ਜੇ ਇਹ ਗੱਲ ਝੂਠੀ ਹੁੰਦੀ ਤੇ ਕੀ ਪ੍ਰਾਈਮ ਮਿਨਿਸਟਰ ਦੀ ਹਾਜ਼ਰੀ ਦੇ ਵਿੱਚ, ਇੰਨੇ ਮਿਨਿਸਟਰਾਂ ਦੀ ਹਾਜ਼ਰੀ ਦੇ ਵਿੱਚ, ਸਾਰੀ ਪਾਰਲੀਮੈਂਟ ਦੇ ਵਿੱਚ ਓਪਨਲੀ ਇਹ ਗੱਲ ਬੀਬਾ ਹਰਸਿਮਰਤ ਕੌਰ ਬਾਦਲ ਕਹਿ ਪਾਉਂਦੇ? ਇਹ ਚੀਮਾ ਸਾਹਿਬ, ਇਹ ਤਾਂ ਇਸ ਗੱਲ ਗੱਲ ਦੀ ਸੱਚਾਈ ਇਹ ਗੱਲ ਸਾਬਤ ਕਰਦੀ ਹੈ ਕਿ ਜੋ ਸਾਡਾ ਰੋਲ ਉਸ ਵੇਲੇ ਬਣਦਾ ਸੀ ਅੰਦਰ ਕੈਬਨਿਟ ਵਿੱਚ ਬੈਠ ਕੇ, ਉਹ ਅਸੀਂ ਬਾਖੂਬੀ ਨਿਭਾਇਆ ਸੀ। ਪਰ ਉਹਨਾਂ ਦੀ ਉਦੋਂ ਅਸ਼ੋਰੈਂਸ ਇਹ ਸੀ ਕਿ ਜਦੋਂ ਪਾਰਲੀਮੈਂਟ ਵਿੱਚ ਜਾਏਗਾ ਇਹਨੂੰ ਠੀਕ ਕਰ ਦਿਆ। ਪਰ ਚੀਮਾ ਸਾਹਿਬ, ਉਹ ਵੀ ਗੱਲ ਉੱਥੇ ਪਾਰਲੀਮੈਂਟ ਦੇ ਵਿੱਚ ਉਹਨਾਂ ਦੇ ਮੂੰਹ ਦੇ ਉੱਤੇ ਕਹੀ ਗਈ। ਇੱਕ ਹੁੰਦਾ ਕਿ ਮੈਂ ਇੱਥੇ ਕਹੀ ਜਾਵਾਂ ਜਾਂ ਕਿਤੇ ਪਬਲਿਕ ਰੈਲੀ 'ਚ ਕਹੀ ਜਾਵਾਂ, ਇੱਕ ਹੁੰਦਾ ਕਿ ਜਿਨ੍ਹਾਂ ਨੇ ਬਣਾਇਆ ਸੀ ਉਹਨਾਂ ਦੀ ਹਾਜ਼ਰੀ 'ਚ ਕਵਾਂ ਔਰ ਅੱਗੋਂ ਉੱਠ ਕੇ ਕਿਸੇ ਨੇ ਵੀ ਜਿਹੜੀ ਹੈ ਕੈਬਨਿਟ ਮਿਨਿਸਟਰ ਨੇ ਜਾਂ ਪ੍ਰਧਾਨ ਮੰਤਰੀ ਸਾਹਿਬ ਨੇ ਕਿਤੇ ਉਹਨਾਂ ਦੀ ਗੱਲ ਨੂੰ ਕਾਊਂਟਰ ਕੀਤਾ ਹੋ। ਇਸ ਕਰਕੇ ਇਹ ਗੱਲ ਹੁਣ ਤੁਹਾਨੂੰ ਸਾਰਿਆਂ ਨੂੰ ਮੰਨ ਲੈਣੀ ਚਾਹੀਦੀ ਹੈ। ਇਹ ਚੀਮਾ ਸਾਹਿਬ, ਜਿਹੜੀ ਤੁਸੀਂ ਗੱਲ ਕਹਿ ਰਹੇ ਆ ਇਹ ਸਾਰੇ ਦੇਸ਼ ਨੇ ਦੇਖੀ ਹੈ, ਕਿਉਂਕਿ ਪਾਰਲੀਮੈਂਟ ਦੇ ਵਿੱਚ ਬੀਬਾ ਹਰਸਿਮਰਤ ਬਾਦਲ ਨੇ ਗੱਲ ਕਹੀ ਹੈ। ਪਰ ਮੇਰਾ ਸਵਾਲ ਫਿਰ ਉੱਥੇ ਖੜਾ ਵੀ ਜਿਸ ਵੇਲੇ ਇਹ ਗੱਲ ਹੋਈ ਸੀਗੀ ਉਸ ਤੋਂ ਬਾਅਦ ਵੀ ਬੀਬਾ ਹਰਸਿਮਰਤ ਬਾਦਲ ਨੇ ਹੀ ਉੱਥੇ ਦੇ ਕੈਬਨਿਟ ਮਿਨਿਸਟਰਾਂ ਨੂੰ, ਖੇਤੀ ਮੰਤਰੀ ਨੂੰ ਵੀ ਲਿਆ ਕੇ ਕਿਸਾਨਾਂ ਨੂੰ ਕਨਵਿੰਸ ਕਰਾਉਣ ਦੀ ਕੋਸ਼ਿਸ਼ ਕੀਤੀ। ਕਿਸਾਨ, ਉਹ ਤੁਸੀਂ ਵੀ ਮੰਨਦੇ ਹੋ, ਕਿਸਾਨ ਕਨਵਿੰਸ ਨਹੀਂ ਹੋ ਸਕੇ, ਨਾ ਹੀ ਤੁਹਾਡੇ ਗੱਲਾਂ ਤੋਂ, ਨਾ ਹੀ ਸਰਕਾਰ ਤੋਂ। ਉਸ ਤੋਂ ਬਾਅਦ ਕੀ ਸੀਗਾ ਵੀ ਜਿਹੜੇ ਅਕਾਲੀ ਦਲ ਦੀ ਭੂਮਿਕਾ ਬਣਦੀ ਸੀ ਕਿਸਾਨਾਂ ਦੇ ਹੱਕ 'ਚ ਖੜਨੇ ਦੀ, ਉਹਨਾਂ ਨੂੰ ਕਹਿਣ, ਉਹ ਕਿਉਂ ਨਹੀਂ ਸਰਕਾਰ ਤੋਂ ਕਰਵਾ ਸਕੇ? ਚਲੋ ਮੈਂ ਤੁਹਾਡਾ ਧੰਨਵਾਦ ਹੀ ਕਰ ਸਕਦਾ ਵੀ ਤੁਸੀਂ ਅਕਾਲੀ ਦਲ ਨੂੰ ਉਹਦੀ ਭੂਮਿਕਾ ਸਾਡੀ ਦੱਸੀ ਹੈ, ਕਿਉਂਕਿ ਤੁਹਾਡਾ ਏਜੰਡਾ ਅਲੱਗ ਹੁੰਦਾ। ਤੁਸੀਂ ਜਿਹੜੀ ਗਵਰਨਮੈਂਟ ਦੇ ਮਿਨਿਸਟਰ ਹੋਣ ਦੇ ਨਾਤੇ ਕੀ ਰਿਸਪੌਂਸਿਬਿਲਿਟੀ ਜੁੜੀਆਂ ਹੁੰਦੀਆਂ ਨੇ, ਉਹ ਤੁਸੀਂ ਪਬਲਿਕ ਦੇ ਧਿਆਨ ਦੇ ਵਿੱਚ ਨਹੀਂ ਲਿਆਉਣੀ, ਕਿਉਂਕਿ ਉਹਦੇ ਨਾਲ ਸ਼ਾਇਦ ਤੁਹਾਡੀ TRP ਨੂੰ ਫਰਕ ਪਵੇ, ਕਿਸੇ ਹੋਰ ਗੱਲ ਨੂੰ ਫਰਕ ਪਵੇ। ਇਸ ਕਰਕੇ ਤੁਸੀਂ ਗੱਲ ਘੁਮਾ ਘਮੂ ਕੇ ਇੱਕ ਏਜੰਡਾ ਤੈਅ ਕਰਨ ਦੀ ਕੋਸ਼ਿਸ਼ ਕਰਦੇ ਹੋ, ਜਿਹੜਾ ਨਹੀਂ ਕਰਨਾ ਚਾਹੀਦਾ। ਜਦੋਂ ਤੁਸੀਂ ਪਾਰਟ ਆਫ ਦੀ ਗਵਰਨਮੈਂਟ ਹੋ, ਜਿਹੜੀਆਂ ਅੰਦਰ ਕੀਤੀਆਂ ਗੱਲਾਂ ਨੇ ਉਹ ਬਾਹਰ ਨਹੀਂ ਕਹੀਆਂ ਜਾਂਦੀਆਂ। ਇਸ ਗੱਲ ਦਾ ਤੁਹਾਨੂੰ ਗਿਆਨ ਹੋਣਾ ਚਾਹੀਦਾ ਕਿ ਇੱਕ ਮਿਨਿਸਟਰ ਜਦੋਂ ਸਹੁੰ ਚੁੱਕਦਾ, ਉਦੋਂ ਉਹ ਜਿਹੜੀ ਹੈਗੀ ਆ ਸੰਵਿਧਾਨ ਦੀ ਸਹੁੰ ਚੁੱਕਣ ਤੋਂ ਬਾਅਦ ਜਿਹੜੀਆਂ ਅੰਦਰਲੀਆਂ ਕੈਬਨਿਟ ਮੀਟਿੰਗ ਦੀਆਂ ਗੱਲਾਂ ਨੇ, ਉਹ ਜਿਹੜੀਆਂ ਬਾਹਰ ਪਬਲਿਕ ਦੇ ਵਿੱਚ ਕਨਵੇ ਨਹੀਂ ਕਰਦਾ। ਹੁਣ ਵੀ ਉਹਨਾਂ ਨੇ ਗੱਲ ਕਨਵੇ ਕੀਤੀ ਹੈ ਪਾਰਲੀਮੈਂਟ ਦੇ ਵਿੱਚ ਅੰਦਰ, ਕਿਉਂਕਿ ਉਹ ਕੈਬਨਿਟ ਦੇ ਅੰਦਰ ਦੀ ਗੱਲ ਸੀ। ਇਸ ਕਰਕੇ ਉਹ ਜਿਹੜੀਆਂ ਚੀਜ਼ਾਂ ਸੀ, ਜਿੱਥੇ ਕਹਿਣ ਦੀ ਲੋੜ ਸੀ ਉੱਥੇ ਉਹ ਕਹੀਆਂ, ਜਿਹੜੀ ਡਿਸਕਸ਼ਨ ਦੀ ਲੋੜ ਸੀ ਉਹ ਅਸੀਂ ਇਸੇ ਦਫ਼ਤਰ ਦੇ ਵਿੱਚ ਬੈਠ ਕੇ ਸਾਰੀਆਂ ਕਿਸਾਨ ਯੂਨੀਅਨ ਦੇ ਨਾਲ ਆਪ ਵੀ ਕੀਤੀਆਂ। ਇਸ ਕਰਕੇ ਕੀਤੀਆਂ ਉਹਨਾਂ ਨੇ ਕਿ ਅਸੀਂ ਵੀ ਉਹਨਾਂ ਨੇ ਕਿਹਾ ਸੀ ਕਿ ਅਸੀਂ ਟੇਕ ਅਪ ਕਰਨਾ ਚਾਹੁੰਦੇ ਹਾਂ, ਤੁਸੀਂ ਆਪਣਾ ਵਿਊ ਪੁਆਇੰਟ ਇਹਦੇ ਉੱਤੇ ਦੱਸੋ ਵੀ ਅਸੀਂ ਜੇ ਗੱਲ ਕਰਨੀ ਹੈ ਉਹਨਾਂ ਨਾਲ, ਵੀ ਉਹ ਸਾਨੂੰ ਵੀ ਕਹਿ ਰਹੇ ਆ ਕਿ ਇਹ ਚੀਜ਼ਾਂ ਠੀਕ ਨੇ, ਇਹ ਚੀਜ਼ ਐਸ ਕਰਕੇ ਆ, ਪਰ ਤੁਸੀਂ ਕਿਉਂਕਿ ਖੇਤੀ ਨਾਲ ਸੰਬੰਧਿਤ ਹੋ, ਬੜੇ ਐਕਸਪੀਰੀਅੰਸ ਲੀਡਰ ਹੋ, ਤੁਸੀਂ ਆਪਣਾ ਵੀ ਪੁਆਇੰਟ ਸਾਨੂੰ ਦੱਸੋ ਕਿ ਅਸੀਂ ਕਿਹੜੇ ਤਰੀਕੇ ਦੇ ਨਾਲ ਇਹਨੂੰ ਜਾ ਕੇ ਪੇਸ਼ ਕਰੀਏ। ਇਸ ਕਰਕੇ ਡਿਸਕਸ਼ਨ ਜਿਹੜੀ ਹੈ, ਡਿਸਕਸ਼ਨ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਹੁੰਦਾ ਇੱਕ ਦੂਜੇ ਦੀ ਗੱਲ ਨੂੰ ਸਮਝਣ ਦਾ। ਆਪਣੀ ਗੱਲ ਅਗਲੇ ਨੂੰ ਸਮਝਾਉਣ ਦੀ ਅਸੀਂ ਕੋਸ਼ਿਸ਼ ਕੀਤੀ, ਉਹਨਾਂ ਨੇ ਕਿਹਾ ਕਿ ਇਹਨੂੰ ਇਸ ਐਂਗਲ ਤੋਂ ਦੇਖੋ, ਅਸੀਂ ਉਸ ਐਂਗਲ ਤੋਂ ਵਿਚਾਰਿਆ। ਜਿਹੜੇ ਕਾਨੂੰਨ ਹੁੰਦੇ ਆ ਨਾ, ਜਿਹੜੇ
50-50 100-100 ਸਾਲ ਪੁਰਾਣੇ ਵੀ ਅੰਗਰੇਜ਼ਾਂ ਦੇ ਬਣੇ ਕਾਨੂੰਨ ਵੀ ਹੁਣ ਵੀ ਉਹ 'ਚ ਸੋਧਾਂ ਕਰਦੇ ਪਏ ਆ। ਜਿੰਨੇ ਵਕੀਲ ਰੋਜ਼ ਕਚਹਿਰੀਆਂ 'ਚ ਪੇਸ਼ ਹੁੰਦੇ ਆ, ਉੱਥੇ ਕੀ ਹੁੰਦਾ? ਇੰਟਰਪ੍ਰੀਟੇਸ਼ਨ ਆਫ ਲਾਅ ਹੀ ਹੁੰਦੀ ਨਾ। ਤੇ ਇੱਕ ਤੁਸੀਂ ਵਕੀਲ ਆ ਕੇ ਇੱਕ ਵਕੀਲ ਇਹ ਕਹਿ ਰਿਹਾ ਹੁੰਦਾ ਕਿ ਇਹਨੂੰ ਇਸ ਤਰੀਕੇ ਇੰਟਰਪ੍ਰੀਟ ਕਰਨਾ ਚਾਹੀਦਾ, ਦੂਜਾ ਕਹਿ ਰਿਹਾ ਹੁੰਦਾ ਕਿ ਨਹੀਂ ਇਹਨੂੰ ਇਸ ਤਰੀਕੇ ਇੰਟਰਪ੍ਰੀਟ ਕਰਨਾ ਚਾਹੀਦਾ। ਤੇ ਇਸ ਤੁਸੀਂ ਕਰਕੇ ਮੰਨਦੇ ਹੋ ਚੀਮਾ ਸਾਹਿਬ ਵੀ ਦੋਨਾਂ ਦੇ ਦੋ ਪੱਖ ਹੋਣੇ ਜਿਹੜੇ ਆ ਨਾ, ਇਹ ਕੋਈ ਇਹ ਨਹੀਂ ਹੁੰਦਾ ਕਿ ਕੋਈ ਕਾਨੂੰਨ ਦੇ ਉਲਟਾ ਜਾਂ ਕਾਨੂੰਨ ਦੇ ਹੱਕ ਦੇ ਵਿੱਚ ਹੈ। ਇੰਟਰਪ੍ਰੀਟੇਸ਼ਨ ਹਰ ਇੱਕ ਦੀ ਆਪੋ ਆਪਣੀ ਹੁੰਦੀ ਹੈ, ਪਰ ਅਸੀਂ ਫਾਈਨਲ ਉਹ ਸਟੈਂਡ ਲਿਆ ਜੋ ਸਾਨੂੰ ਕਿਸਾਨ ਜਥੇਬੰਦੀਆਂ ਨੇ ਇੱਥੇ ਆ ਕੇ ਸਾਰੀਆਂ ਕਿਸਾਨ ਜਥੇਬੰਦੀਆਂ ਨਾਲ ਮੀਟਿੰਗ ਹੋਈ, ਫਿਰ ਅਸੀਂ ਵੱਡਾ ਫੈਸਲਾ ਲੈਣਾ ਸੀ ਵੀ ਇਸ ਕਿਸ ਹੱਦ ਤੱਕ ਅਸੀਂ ਜਿਹੜਾ ਖੜਨਾ। ਉਹ ਸਾਰੇ ਫੈਸਲੇ ਜਦੋਂ ਕੀਤੇ ਅਸੀਂ ਆਪਣੀ ਤਿਆਰੀ ਕਰਕੇ ਕੀਤੇ ਆ। ਇਨ ਬਿਟਵੀਨ ਜਿਹੜਾ ਡਿਸਕਸ਼ਨ ਦਾ ਦੌਰ ਹੈ ਉਹ ਪੋਜ਼ਿਟਿਵ ਇੱਕ ਤਰੀਕਾ ਹੁੰਦਾ ਕਿ ਤੁਸੀਂ ਕਿਉਂਕਿ ਜਾ ਕੇ ਫੋਰਨ ਤੇ ਗੱਲ ਕਰਨੀ ਹੈ, ਤੁਸੀਂ ਕੁਐਸਚਨ ਕਰੋਗੇ ਤੇ ਤੁਹਾਨੂੰ ਵਿੱਚੋਂ ਲੱਭੇਗਾ, ਤੁਸੀਂ ਵੀ ਉੱਥੇ ਸਵਾਲ ਜਵਾਬ ਉਹਨਾਂ ਨੇ ਵੀ ਕਰਨੇ ਆ, ਤੁਸੀਂ ਵੀ ਕਰਨੇ ਆ। ਪਾਰਲੀਮੈਂਟ ਵਿੱਚ ਵੀ ਸੇਮ ਸਵਾਲ ਜਵਾਬ ਹੁੰਦੇ ਆ, ਇਸ ਕਰਕੇ ਉਹ ਸਾਰੀਆਂ ਚੀਜ਼ਾਂ ਦੀ ਤਿਆਰੀ ਅਸੀਂ ਕੀਤੀ। ਤੇ ਚੀਮਾ ਸਾਹਿਬ ਹੁਣ ਦੇਖੀਏ ਤਾਂ 26 ਦੀ ਵੱਡੀ ਘਟਨਾ ਤੋਂ ਬਾਅਦ ਤੇ ਹੁਣ ਜਿਹੜਾ ਸੰਘਰਸ਼ ਹੈ ਉਹਨੂੰ ਤੁਸੀਂ ਕਿੱਦਾਂ ਦੇਖਦੇ ਆ ਤੇ ਉਹਦੇ ਚ ਅਕਾਲੀ ਦਲ ਦੀ ਕੀ ਭੂਮਿਕਾ ਹੈ ਜੀ? ਨਹੀਂ ਦੇਖੋ, ਅਸੀਂ ਤੇ ਦੇਖਦੇ ਹਾਂ ਕਿ ਜਿਹੜਾ ਕਿਸਾਨੀ ਦਾ ਸੰਘਰਸ਼ ਆ, ਇਹਨੂੰ ਕੇਂਦਰ ਸਰਕਾਰ ਨੂੰ ਗਲਤ ਰੰਗਤ ਨਹੀਂ ਦੇਣੀ ਚਾਹੀਦੀ। ਅੰਦੋਲਨਾਂ ਦੇ ਵਿੱਚ ਥੋੜ੍ਹੀਆਂ ਬਹੁਤੀਆਂ ਘਟਨਾਵਾਂ ਹੋ ਜਾਂਦੀਆਂ ਨੇ, ਉਹਦੇ ਨਾਲ ਜਿਹੜੀ ਮੇਨ ਡਿਮਾਂਡ ਹੈ ਉਹਨੂੰ ਕੁਚਲਣ ਦੀ ਕੋਸ਼ਿਸ਼ ਨਹੀਂ ਕੀਤੀ ਜਾਣੀ ਚਾਹੀਦੀ। ਮੇਨ ਜਿਹੜਾ ਫੋਕਸ ਹੈ ਉਹ ਹੈ 3 ਕਾਨੂੰਨ। ਕੋਈ ਵੀ ਇਹੋ ਜਿਹਾ ਅੰਦੋਲਨ ਨਹੀਂ ਜਿਹੜਾ ਲੰਬਾ ਚੱਲੇ ਤੇ ਜਿਹਦੇ 'ਚ ਕੋਈ ਛਿਟਪੁਟ ਘਟਨਾਵਾਂ ਇੱਧਰ ਉੱਧਰ ਨਾ ਹੋਣ, ਹਰ ਅੰਦੋਲਨ 'ਚ ਹੁੰਦੀਆਂ। ਇਸ ਕਰਕੇ ਉਹਦਾ ਮਤਲਬ ਇਹ ਨਹੀਂ ਹੁੰਦਾ ਕਿ ਉਹਦਾ ਫਾਇਦਾ ਉਠਾ ਕੇ ਉਹਦੇ ਤੇ ਕੇਸ ਦਰਜ ਕਰਕੇ ਜਾਂ ਉਹਦੇ 'ਚ ਲੀਡਰਸ਼ਿਪ ਨੂੰ ਬਦਨਾਮ ਕਰਕੇ ਤੇ ਤੁਸੀਂ ਐਡਾ ਵੱਡਾ ਜਿਹੜੀ ਲੋਕ ਲਹਿਰ ਹੈ ਉਹਨੂੰ ਕੁਚਲਣ ਦੀ ਕੋਸ਼ਿਸ਼ ਕਰੋ। ਕੇਂਦਰ ਸਰਕਾਰ ਇਹ ਕੋਸ਼ਿਸ਼ ਕਰ ਰਹੀ ਹੈ, ਇਸ ਗੱਲ ਤੋਂ ਉਹਨੂੰ ਗੁਰੇਜ਼ ਕਰਨਾ ਚਾਹੀਦਾ, ਕਿਉਂਕਿ ਸ਼ਾਂਤੀ ਤਾਂ ਸਥਾਪਿਤ ਹੋਏਗੀ, ਕਿਸਾਨ ਤਾਂ ਸੰਤੁਸ਼ਟ ਹੋਏਗਾ ਜੇ ਕਾਨੂੰਨ ਵਾਪਸ ਹੋਣਗੇ। ਇਸ ਤਰ੍ਹਾਂ ਦਬਾ ਕੇ ਕਿਸੇ ਵੀ ਐਡੀ ਵੱਡੀ ਲੋਕ ਲਹਿਰ ਨੂੰ ਤੁਸੀਂ ਸ਼ਾਂਤੀ ਨਹੀਂ ਰੱਖ ਸਕਦੇ। ਇਸ ਕਰਕੇ ਜ਼ਰੂਰੀ ਹੈ, ਦੇਸ਼ ਦੇ ਹਿੱਤ ਦੇ ਵਿੱਚ ਹੈ ਕਿ ਕਿਸਾਨਾਂ ਨੂੰ ਕਨਵਿੰਸ ਕਰਕੇ ਉਹਨਾਂ ਦੀ ਮੰਗ ਮੰਨ ਕੇ ਉਹਨਾਂ ਨੂੰ ਘਰ ਭੇਜਿਆ ਜਾਵੇ, ਨਾ ਕਿ ਇੱਦਾਂ ਡਰਾ ਧਮਕਾ ਕੇ ਕੇਸ ਦਰਜ ਕਰਕੇ ਦੂਜੀਆਂ ਉਲਝਣਾਂ 'ਚ ਪਾ ਕੇ। ਇਹ ਕੰਮ ਕੇਂਦਰ ਸਰਕਾਰ ਨੂੰ ਸ਼ੋਭਾ ਵੀ ਨਹੀਂ ਦਿੰਦਾ ਔਰ ਕਰਨਾ ਵੀ ਨਹੀਂ ਚਾਹੀਦਾ, ਕਿਉਂਕਿ ਕਿਸਾਨੀ ਇੱਕ ਬੜਾ ਪਵਿੱਤਰ ਇੱਕ ਕਿੱਤਾ, ਉਹਦੀ ਇੱਜ਼ਤ ਕੇਂਦਰ ਸਰਕਾਰ ਨੂੰ ਕਰਨੀ ਚਾਹੀਦੀ। ਜੇ 26 ਤੋਂ ਬਾਅਦ ਵੀ ਚੀਮਾ ਜੀ ਦੇਖੀਏ ਤਾਂ ਹੁਣ ਜਿਸ ਤਰ੍ਹਾਂ ਮਹਾਂ ਪੰਚਾਇਤਾਂ ਹੋ ਰਹੀਆਂ ਨੇ, ਰੈਲੀਆਂ ਹੋ ਰਹੀਆਂ ਨੇ, ਇਹਦਾ ਕਿਸਾਨੀ ਸੰਘਰਸ਼ ਤੇ ਕੀ ਪ੍ਰਭਾਵ ਪਏਗਾ ਜੀ? ਨਹੀਂ, ਉਹਦੀ ਸਟਰੈਂਥ ਜਿਹੜੀ ਹੈ, ਰੈਲੀ ਦਾ ਕੀ ਮਤਲਬ ਹੁੰਦਾ? ਰੈਲੀ ਦਾ ਮਤਲਬ ਹੈ ਕਿ ਪਬਲਿਕ ਉਹਨਾਂ ਦੇ ਨਾਲ, ਲੋਕ ਉਹਨਾਂ ਦੇ ਨਾਲ। ਅਦਰਵਾਈਜ਼ ਜੇ ਕਿਸੇ ਕਾਜ ਨੂੰ ਲੋਕੀ ਸਮਰਪਿਤ ਨਾ ਹੋਣ ਤਾਂ ਇੰਨੀ ਵੱਡੀ ਗਿਣਤੀ 'ਚ ਲੋਕੀ ਨਹੀਂ ਜਾਂਦੇ। ਸਾਰੀਆਂ ਸਟੇਟਾਂ ਦੇ ਵਿੱਚ ਲੋਕੀ ਜਾ ਰਿਹਾ, ਹਰਿਆਣੇ ਦੇ ਵਿੱਚ ਕਿੰਨੀਆਂ ਵੱਡੀਆਂ ਹੋਈਆਂ, ਯੂਪੀ ਦੇ ਵਿੱਚ ਕਿੰਨੀਆਂ ਵੱਡੀਆਂ ਹੋ ਰਹੀਆਂ। ਇੱਕ ਤਾਂ ਇਹਨਾਂ ਨੇ ਇਹ ਭੁਲੇਖਾ ਕੱਢ ਦਿੱਤਾ ਕਿ ਜਿਹੜਾ ਪਹਿਲਾਂ ਕਹਿੰਦੇ ਸੀ ਇਕੱਲੇ ਇੱਕ ਸਟੇਟ ਦੇ ਕਿਸਾਨ ਆ, ਪਹਿਲਾਂ ਸਿੱਖੀ ਨਾਲ ਜੋੜ ਕੇ ਇਹਨੂੰ ਜਿਹੜੀ ਹੈ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ, ਖਾਲਿਸਤਾਨ ਨਾਲ ਜੋੜ ਕੇ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ, ਨਕਸਲੀਆਂ ਨਾਲ ਜੋੜ ਕੇ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ। ਹੁਣ ਇਹਨਾਂ ਨੂੰ ਘੱਟੋ ਘੱਟ ਇਹ ਜਿਹੜੀ ਮੂਵਮੈਂਟ ਹੁਣ ਰਾਜਸਥਾਨ ਦੇ ਵਿੱਚ, ਯੂਪੀ ਦੇ ਵਿੱਚ, ਹਰਿਆਣੇ ਦੇ ਵਿੱਚ ਬਿਲਡਅਪ ਹੋਈ ਹੈ, ਹੁਣ ਘੱਟੋ ਘੱਟ ਇਹਨਾਂ ਨੂੰ ਇਹ ਨਹੀਂ ਕਹਿ ਸਕਦੇ ਕਿ ਇੱਕ ਸੂਬੇ ਦੇ ਕਿਸਾਨ ਆ, ਇੱਕ ਧਰਮ ਦੇ ਕਿਸਾਨ ਆ। ਇਹ ਸਾਰੇ ਸਾਂਝਾ ਕਿਸਾਨੀ ਦਾ ਅੰਦੋਲਨ ਹੈ, ਉਹ ਦੇਸ਼ ਵਿਆਪੀ ਹੈ। ਤੇ ਚੀਮਾ ਸਾਹਿਬ ਇੱਕ ਹੋਰ ਵੀ ਦੇਖਣ ਆਇਆ ਸੰਘਰਸ਼ ਦੇ ਵਿੱਚ, ਇੱਕ ਪਾਸੇ ਸੰਯੁਕਤ ਮੋਰਚਾ ਹੈਗਾ, ਕਿਸਾਨ ਜਥੇਬੰਦੀਆਂ, ਦੂਸਰੇ ਪਾਸੇ ਪੰਜਾਬ ਦਾ ਯੂਥ ਅਤੇ ਪੰਥਕ ਧਿਰਾਂ ਹੈਗੀਆਂ, ਜਿੱਦਾਂ ਇਹ ਰੈਲੀਆਂ ਵੀ ਵੱਖੋ-ਵੱਖ ਹੋਈਆਂ, ਇਸ ਚੀਜ਼ ਨੂੰ ਕਿਸ ਤਰ੍ਹਾਂ ਦੇਖਦੇ ਹੋ? ਨਹੀਂ, ਚਲੋ ਹਰ ਇੱਕ ਨੂੰ ਜਿਹੜੀ ਹੈ ਰੈਲੀ ਕਰਨ ਦਾ ਲੋਕਤੰਤਰ ਦੇ ਵਿੱਚ ਹੱਕ ਹੈ, ਕਿਉਂਕਿ ਕੋਈ ਵੀ ਪੀਸਫੁਲੀ ਆਪਣੀ ਗੱਲ ਕਹਿਣੀ ਚਾਹਵੇ ਉਹ ਕਹੇ। ਨੌਜਵਾਨ ਕਹਿਣ, ਕੋਈ ਸਿੱਖ ਜਥੇਬੰਦੀਆਂ ਕਹਿਣ, ਪੋਲੀਟੀਕਲ ਪਾਰਟੀਆਂ ਕਹਿਣ, ਕਿਸਾਨ ਯੂਨੀਅਨ ਕਹਿਣ, ਇਹ ਸਾਰਿਆਂ ਦਾ ਲੋਕਤੰਤਰ ਨੇ ਸਾਨੂੰ ਹੱਕ ਦਿੱਤਾ ਹੋਇਆ, ਫਰੀਡਮ ਆਫ ਐਕਸਪ੍ਰੈਸ਼ਨ ਹੈ। ਆਪਣੀ ਗੱਲ ਸ਼ਾਂਤਮਈ ਤਰੀਕੇ ਦੇ ਨਾਲ ਜਿਹੜੀ ਹੈ ਦਾਇਰੇ ਦੇ ਵਿੱਚ ਰਹਿੰਦਿਆਂ ਹੋਇਆਂ, ਮਰਿਆਦਾ ਦੇ ਵਿੱਚ ਰਹਿੰਦਿਆਂ ਹੋਏ ਕੋਈ ਕਰਦਾ ਤੇ ਉਹਦੇ ਤੇ ਕਿਸੇ ਨੂੰ ਇਤਰਾਜ਼ ਨਹੀਂ ਹੋਣਾ ਚਾਹੀਦਾ, ਨਾ ਗੌਰਮੈਂਟਾਂ ਨੂੰ ਅਨਨੈਸੈਸਰੀ ਨਿੱਕੀ ਨਿੱਕੀ ਗੱਲ ਦੇ ਉੱਤੇ ਕੋਈ ਜਿਹੜੇ ਆ ਬਖੇੜੇ ਖੜੇ ਕਰਨੇ ਚਾਹੀਦੇ। ਸੈਂਟਰ ਗਵਰਨਮੈਂਟ ਦੇ ਨਾਲ ਚੀਮਾ ਸਾਹਿਬ ਪੰਜਾਬ ਸਰਕਾਰ ਦਾ, ਕੈਪਟਨ ਸਾਹਿਬ ਦਾ ਵੀ ਬਿਆਨ ਆਉਂਦਾ ਆ ਵੀ ਜਦੋਂ ਤੋਂ ਕਿਸਾਨੀ ਸੰਘਰਸ਼ ਚੱਲ ਰਿਹਾ ਤੇ ਬਾਰਡਰ ਦੇ ਉੱਤੋਂ ਜਿਹੜੀ ਹਥਿਆਰਾਂ ਦੀ ਤਸਕਰੀ ਆ ਉਹ ਵਧੀ ਹੈ, ਤੇ ਇਹ ਬਿਆਨ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਆ ਜੀ? ਦੇਖੋ, ਹਥਿਆਰਾਂ ਦੀ ਤਸਕਰੀ ਪੰਜਾਬ ਦੇ ਵਿੱਚ ਬਹੁਤ ਲੰਬੇ ਸਮੇਂ ਤੋਂ ਹੋ ਰਹੀ ਹੈ। ਇਹ ਕਿਸਾਨੀ ਅੰਦੋਲਨ ਦੇ ਨਾਲ ਉਹਨੂੰ ਕਿਉਂ ਜੋੜਦੇ ਆ? ਇਹ ਤਾਂ ਕੈਪਟਨ ਸਾਹਿਬ ਨੂੰ ਪੁੱਛੋ ਨਾ। ਤੁਹਾਨੂੰ ਮਨਸ਼ਾ ਕੀ ਲੱਗਦੀ, ਕੈਪਟਨ ਸਾਹਿਬ ਅਜਿਹੇ ਬਿਆਨ ਕਿਉਂ ਦੇ ਰਹੇ ਨੇ? ਵੈਸੇ ਕੇਂਦਰ ਸਰਕਾਰ ਇਸ ਚੀਜ਼ ਨੂੰ ਖਾਲਿਸਤਾਨ ਨਾਲ ਦੂਜੀਆਂ ਚੀਜ਼ਾਂ ਨਾਲ ਜੋੜਨ ਦੀ ਦੇਖਦੀ ਆ। ਦੂਜੇ ਪਾਸੇ ਕਦੀ ਹੋਮ ਮਿਨਿਸਟਰ ਸਾਹਿਬ ਨੂੰ ਮਿਲਣ ਗਏ ਤੇ ਉੱਥੇ ਵੀ ਕਹਿੰਦੇ ਮੈਂ ਸਿਕਿਉਰਿਟੀ ਦੀ ਗੱਲ ਕਰਨਾ ਆ।
ਇੱਥੇ ਵੀ ਕਹਿੰਦੇ ਵੀ ਇਹਨਾਂ ਦਿਨਾਂ ਦੇ ਵਿੱਚ ਹਥਿਆਰਾਂ ਦੀ ਵੱਧ ਰਹੀ ਹੈ। ਇਹਦਾ ਮਤਲਬ ਕਿਤੇ ਨਾ ਕਿਤੇ ਪੰਜਾਬ ਸਰਕਾਰ ਵੀ ਭਾਰਤੀ ਜਨਤਾ ਪਾਰਟੀ ਦੀ ਔਰ ਕੇਂਦਰ ਸਰਕਾਰ ਦੀ ਬੋਲੀ ਜਿਹੜੀ ਆ ਉਹ ਬੋਲ ਰਹੀ। ਜੇ ਨੇ ਇਹ ਹੁਣ ਐਲਾਨ ਕਰ ਦਿੱਤਾ ਵੀ ਜੇ ਕਾਨੂੰਨ ਨਾ ਰੱਦ ਕੀਤੇ ਗਏ ਅਸੀਂ ਜਿਹੜੀ ਸੰਸਦ ਘੇਰਾਂਗੇ, ਪਹਿਲਾਂ ਨਾਲੋਂ ਵੀ ਵੱਡਾ ਇਕੱਠ ਕਰਕੇ ਕੀਤਾ ਜਾਊਗਾ। ਤੁਹਾਨੂੰ ਲੱਗਦਾ ਇਹਦੇ ਨਾਲ ਕਿਉਂਕਿ ਹੁਣ ਤੱਕ ਜਿਹੜੀ ਸੈਂਟਰ ਸਰਕਾਰ ਉਹ ਟਸ ਤੋਂ ਮਸ ਨਹੀਂ ਹੋਈ, ਇਸ ਤਰ੍ਹਾਂ ਦੀਆਂ ਮੂਵਮੈਂਟਾਂ ਨਾਲ ਜਾਂ ਜਿਹੜੀਆਂ ਮਹਾਂ ਪੰਚਾਇਤਾਂ ਹੋ ਰਹੀਆਂ ਇਹਨਾਂ ਕੋਲ ਫਰਕ ਪਏਗਾ ਜੀ ਸੈਂਟਰ ਗਵਰਨਮੈਂਟ ਨੂੰ? ਚਲੋ, ਸੰਘਰਸ਼ ਕਰਨ ਵਾਲੀਆਂ ਧਿਰਾਂ ਦਾ ਕੰਮ ਸੰਘਰਸ਼ ਕਰਨਾ, ਬਾਕੀ ਮੌਕੇ ਦੇ ਉੱਤੇ ਜਿਹੜੀ ਲੋਕਾਂ ਦੀ ਸ਼ਕਤੀ ਆ ਵੱਡੀਆਂ ਵੱਡੀਆਂ ਸਰਕਾਰਾਂ ਝੁਕਾ ਦਿੰਦੀ ਹੈ, ਕੋਈ ਨਵੀਂ ਗੱਲ ਨਹੀਂ, ਪਹਿਲੀ ਵਾਰ ਨਹੀਂ ਹੋਇਆ। ਇਸ ਕਰਕੇ ਸਰਕਾਰਾਂ ਆਪਣੇ ਦਮਗਜੇ ਮਾਰਦੀਆਂ ਰਹਿੰਦੀਆਂ ਹੁੰਦੀਆਂ, ਮਾਰਦੀਆਂ ਰਹਿਣਗੀਆਂ, ਪਰ ਅਲਟੀਮੇਟਲੀ ਜਦੋਂ ਲੋਕ ਸ਼ਕਤੀ ਇਕੱਠੀ ਹੁੰਦੀ ਹੈ ਤਾਂ ਸਰਕਾਰਾਂ ਨੂੰ ਬਣਨੀ ਪੈਂਦੀ ਹੈ। ਇੱਕ ਨਾ ਇੱਕ ਦਿਨ ਸਰਕਾਰ ਨੂੰ ਝੁਕਣਾ ਜ਼ਰੂਰ ਪਏਗਾ। ਪਰ ਸੈਂਟਰ ਸਰਕਾਰ ਖਾਸ ਕਰਕੇ ਬੀਜੇਪੀ ਵੱਲੋਂ ਇਲਜ਼ਾਮ ਲਾਇਆ ਜਾ ਰਿਹਾ ਵੀ ਜਿਹੜੀਆਂ ਸਾਡੀਆਂ ਵਿਰੋਧੀ ਧਿਰਾਂ ਆ ਉਹ ਕਿਸਾਨਾਂ ਨੂੰ ਭੜਕਾ ਰਹੀਆਂ ਨੇ। ਦੇਖੋ, ਗੱਲ ਇਹ ਹੈ ਨਾ ਵੀ ਹੁਣ ਤੁਹਾਡੇ ਸਾਹਮਣੇ ਆ ਕਿ ਕਿੰਨੀਆਂ ਸਟੇਟਾਂ ਦੇ ਵਿੱਚ ਲੋਕੀ ਆਪ ਮਾਰੇ ਕਿਸਾਨੀ ਦੇ ਸੰਘਰਸ਼ ਨਾਲ ਖੜੇ ਆ। ਜੋ ਹਾਲੇ ਵੀ ਇਹਨੂੰ ਜਿਹੜੀ ਹੈਗੀ ਆ ਇਸ ਤਰ੍ਹਾਂ ਕਹਿ ਕੇ ਨਜ਼ਰਅੰਦਾਜ਼ ਕਰਨਾ ਚਾਹੁੰਦੇ ਆ, ਉਹਨਾਂ ਦੀ ਗਲਤੀ ਹੈ। ਉਹਨਾਂ ਦੀ ਸਹੀ ਅਸੈਸਮੈਂਟ ਪਹਿਲੇ ਦਿਨ ਤੋਂ ਨਹੀਂ, ਇਹ ਲੋਕਾਂ ਦੀ ਮੰਗ ਹੈ, ਸਹੀ ਮੰਗ ਹੈ, ਇਸ ਕਰਕੇ ਪਹਿਲੇ ਦਿਨ ਤੋਂ ਹੀ ਉਹ ਕਿਸੇ ਨਾ ਕਿਸੇ ਪਾਸੇ ਇਹਨੂੰ ਹੋਰ ਪਾਸੇ ਪਾਉਣ ਦੀ ਕੋਸ਼ਿਸ਼ ਕਰ ਰਹੇ ਆ, ਪਰ ਉਹ ਨਹੀਂ ਹੋ ਸਕਿਆ। ਇਸ ਕਰਕੇ ਉਹਨਾਂ ਨੂੰ ਸੱਚਾਈ ਨੂੰ ਕਬੂਲ ਲੈਣਾ ਚਾਹੀਦਾ, ਉਹਨਾਂ ਦੀ ਮੰਗ ਮੰਨ ਲੈਣੀ ਚਾਹੀਦੀ, ਤਾਂ ਜੋ ਅਮਨ ਸ਼ਾਂਤੀ ਨਾਲ ਕਿਸਾਨ ਆ ਕੇ ਆਪਣੀ ਮਿਹਨਤ ਜਿਹੜੀ ਹੈ ਫਸਲ ਦੀ ਉਹ ਕਰ ਸਕੇ। ਤੁਹਾਡੇ ਹਿਸਾਬ ਨਾਲ ਜਿਹੜੇ ਇਹ ਇਸ ਮੁੱਦੇ ਦਾ, ਇਸ ਮਸਲੇ ਦਾ ਹੱਲ ਕਾਨੂੰਨ ਰੱਦੀ ਆ ਜਾਂ ਕੋਈ ਹੋਰ ਹੱਲ ਵੀ ਹੋ ਸਕਦਾ ਜੀ? ਤੇ ਦੇਖੋ, ਅਸੀਂ ਤੇ ਜੋ ਕਿਸਾਨਾਂ ਦੀ ਮੰਗ ਹੈ ਉਹਦੇ ਨਾਲ ਹੀ ਖੜੇ। ਅਸੀਂ ਕੋਈ ਵੱਖਰੀ ਰਾਏ ਉਹਨਾਂ ਤੋਂ ਨਹੀਂ ਦੇਣਾ ਚਾਹੁੰਦੇ, ਕਿਉਂਕਿ ਤਸੱਲੀ ਕਿਸਾਨ ਦੀ ਹੋਣੀ ਚਾਹੀਦੀ। ਇਸ ਕਰਕੇ ਜਿਹਦੀ ਮੰਗ ਹੈ, ਜਦੋਂ ਉਹ ਕਹਿ ਰਹੇ ਆ ਕਿ ਸਾਨੂੰ ਇਸ ਤੋਂ ਥੱਲੇ ਮਨਜ਼ੂਰ ਨਹੀਂ ਹੈ, ਫਿਰ ਅਸੀਂ ਵੱਖਰੀ ਰਾਏ ਕਿਉਂ ਰੱਖੀ? ਅਸੀਂ ਉਹਨਾਂ ਦੀ ਵੈਲਿਊ ਨੂੰ ਘਟਾਉਣਾ ਨਹੀਂ ਚਾਹੁੰਦੇ। ਉਹਨਾਂ ਦੀ ਜਿਹੜੀ ਸਟੈਂਡ ਆ, ਇੰਨੀ ਦੇਰ ਤੋਂ ਡਿਸਕਸ਼ਨ ਚੱਲ ਰਹੀ ਹੈ, ਇਹੀ ਮੁੱਦਾ ਜੋ ਉਹਨਾਂ ਦੀ ਗੱਲ ਹੈ ਅਸੀਂ ਉਹਦੀ ਕਦਰ ਕਰਦੇ ਹਾਂ। ਇਹ ਸਨ ਸਾਡੇ ਨਾਲ ਡਾਕਟਰ ਦਲਜੀਤ ਸਿੰਘ ਜੀ ਚੀਮਾ, ਜਿਨ੍ਹਾਂ ਨੇ ਕਿਸਾਨ ਸੰਘਰਸ਼